ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਟਾਈਮ ਹੁੰਦਾ ਇਲੈਕਸ਼ਨ ਐਕਸਪ੍ਰੈਸ ਦਾ। ਇਲੈਕਸ਼ਨ ਐਕਸਪ੍ਰੈਸ ਦੇ ਵਿੱਚ ਆਪਾਂ ਜਾਣਾਂਗੇ ਕੀ ਹੋ ਰਿਹਾ ਹੈ ਜੀ ਪੰਜਾਬ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਆ ਉਹਨਾਂ ਦੀਆਂ ਸਰਗਰਮੀਆਂ ਆ ਉਹ ਕਿਸ ਤਰ੍ਹਾਂ ਚੱਲ ਰਹੀਆਂ ਆ। ਤੇ ਉਸ ਲਈ ਗੱਲ ਕਰਨ ਲਈ ਅਸੀਂ ਗੱਲਬਾਤ ਕਰਦੇ ਹਾਂ ਜੀ ਬਲਤੇਜ ਸਿੰਘ ਪੰਨੂ ਹੋਣਾ ਦੇ ਨਾਲ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ, ਧੰਨਵਾਦ ਜੀ। ਜੀ ਬਲਤੇਜ ਪੰਨੂ ਜੀ, ਜਿਵੇਂ ਬੜੇ ਜ਼ੋਰਾਂ ਸ਼ੋਰਾਂ ਤੇ ਇਲੈਕਸ਼ਨਾਂ ਦੀਆਂ ਜਿਹੜੀਆਂ ਰੈਲੀਆਂ ਹੋ ਰਹੀਆਂ ਆ, ਬੜੇ ਕੰਮਕਾਰ ਆ ਜਿਹੜੇ ਤੇਜ਼ੀ ਦੇ ਨਾਲ ਹੋ ਰਹੇ ਆ, ਤੇ ਉਹਨਾਂ ਤੇ ਆਪਾਂ ਇੱਕ ਝਾਤ ਪਾਈਏ ਕਿ ਜਿਹੜਾ ਬਹੁਤ ਹੀ ਜਿਹੜਾ ਭਖਿਆ ਹੋਇਆ ਵਿਸ਼ਾ ਆ, ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰੇ ਤੇ ਆਏ ਆ ਤੇ ਕਿਸ ਤਰ੍ਹਾਂ ਦਾ ਉਹਨਾਂ ਨੂੰ ਹੁੰਗਾਰਾ ਮਿਲਿਆ ਆ, ਤੇ ਜਿਹੜੀਆਂ ਸਿਆਸੀ ਧਿਰਾਂ ਆ, ਸਿਆਸੀ ਪਾਰਟੀਆਂ ਆ ਦੂਸਰੀਆਂ, ਉਹਨਾਂ ਦਾ ਕੀ ਪ੍ਰਤੀਕਰਮ ਰਹੇ ਆ। ਅਰਵਿੰਦ ਕੇਜਰੀਵਾਲ ਨੂੰ ਜਿਵੇਂ ਲੱਗਦਾ ਸੀਗਾ ਉਸੇ ਕਿਸਮ ਦਾ, ਬਲਕਿ ਉਦੋਂ ਵੱਧ ਹੁੰਗਾਰਾ ਜਿਹੜਾ ਜੀ ਇੱਥੇ ਮਿਲਿਆ। ਮੈਂ ਕੱਲ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਕਿ ਸਟੇਸ਼ਨ ਦੇ ਉੱਤੇ ਕਿਵੇਂ ਧੱਕਾ ਮੁੱਕੀ ਉਹਨੂੰ ਦੇਖਣ ਦੇ ਵਾਸਤੇ ਹੋਈ ਹੈ। ਉਸੇ ਤਰ੍ਹਾਂ ਦਾ ਮਾਹੌਲ ਜਿਹੜਾ ਜਦੋਂ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚੋਂ ਮੱਥਾ ਟੇਕ ਕੇ ਇਹ ਸ਼ੁਰੂ ਕੀਤਾ ਜੀ, ਜਿੱਧਰ ਨੂੰ ਅਰਵਿੰਦ ਕੇਜਰੀਵਾਲ ਗਏ ਨੇ, ਭੀੜਾਂ ਜਿਹੜੀਆਂ ਅਥਾਹ ਆਈਆਂ ਨੇ ਉਹਨੂੰ ਵੇਖਣ ਦੇ ਵਾਸਤੇ। ਇਹ ਪਹਿਲੀ ਵਾਰੀ ਹੋ ਰਿਹਾ ਜੀ ਕਿ ਹੁਣ ਤਾਂ ਵੈਸੇ ਕਿਸੇ ਫਿਲਮ ਸਟਾਰ ਦੇ ਵਾਸਤੇ ਵੀ ਲੋਕ ਕੋਠਿਆਂ ਤੇ ਨਹੀਂ ਫਿਰਦੇ, ਲੋਕ ਇਹ ਸੋਚਦੇ ਨੇ ਕਿ ਇੱਥੇ ਫਿਰਦੇ ਹੁੰਦੇ ਨੇ, ਫਿਲਮਾਂ ਦੀ ਸ਼ੂਟਿੰਗ ਜਾਂ ਨਹੀਂ ਕਰਦੇ, ਏਦਾਂ ਵੀ ਕਰੇਜ਼ ਹੈ। ਪਰ ਅਰਵਿੰਦ ਕੇਜਰੀਵਾਲ ਦੇ ਵਾਸਤੇ ਜਿਹੜਾ ਕਰੇਜ਼ ਹੈ ਨਾ ਜੀ, ਉਹ ਬੜੇ ਵੱਡੀ ਗਿਣਤੀ ਦੇ ਵਿੱਚ ਦਿਖਿਆ। ਔਰਤਾਂ, ਨੌਜਵਾਨ ਪੀੜ੍ਹੀ ਜਿਹੜੀ ਹੈ ਜੀ, ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ। ਤੁਸੀਂ ਪਿਕਚਰਾਂ ਦੇ ਰਾਹੀਂ ਦੇਖ ਰਹੇ ਹੋਵੋਗੇ ਕਿ ਕਿਵੇਂ ਅੰਮ੍ਰਿਤਸਰ ਦੇ ਵਿੱਚ ਲੋਕ ਜਿਹੜੇ ਉਹ ਕੋਠਿਆਂ ਦੇ ਉੱਤੇ ਖੜੇ ਨੇ, ਇਸ ਗੱਲ ਦੀ ਪਰਵਾਹ ਨਾ ਕਰਦਿਆਂ ਹੋਇਆ ਕਿ ਜਿੰਨੇ ਲੋਕ ਕੋਠੇ ਤੇ ਖੜੇ ਨੇ ਕਿਤੇ ਕੋਠਾ ਹੀ ਨਾ ਡਿੱਗਦਾ ਹੋਵੇ, ਚਪੇਟ ਵੀ ਲੱਗ ਸਕਦੀ ਹੈ। ਪਰ ਲੋਕ ਉਧਰੇ ਜੀ ਉੱਤੋਂ ਉਹ ਫੁੱਲ ਜਿਹੜੇ ਸਨ ਉਹ ਸੁੱਟ ਰਹੇ ਸਨ ਅਰਵਿੰਦ ਕੇਜਰੀਵਾਲ ਦੇ ਵਾਸਤੇ। ਅੰਮ੍ਰਿਤਸਰ ਤੋਂ ਹੁੰਦੇ ਹੋਏ ਉਹ ਜਿਹੜੇ ਤਰਨਤਾਰਨ ਦੇ ਰਾਹੀਂ ਖਡੂਰ ਸਾਹਿਬ ਹਲਕੇ ਦੇ ਵੱਲ ਜਿਹੜਾ ਗਏ, ਔਰ ਜਿੱਥੇ ਜਿੱਥੇ ਗਏ ਰਸਤੇ ਦੇ ਵਿੱਚ ਉਹਨਾਂ ਨੇ ਗੋਲਵਰਡ ਪੈਂਦਾ ਜੀ ਤਰਨਤਾਰਨ ਰੋਡ ਦੇ ਉੱਤੇ, ਉੱਥੇ ਧਰਨੇ ਦੇ ਉੱਤੇ ਬੈਠੇ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ। ਇਹ ਕਿਸਾਨ ਜਿਹੜੇ ਇਹ ਕਹਿ ਰਹੇ ਨੇ ਕਿ ਫਰਵਰੀ ਮਹੀਨੇ ਤੋਂ ਪੰਨੂ ਗਰੁੱਪ ਹੈ ਉਹਨੂੰ ਚੁੱਕਿਆ ਹੋਇਆ ਉਹਨਾਂ ਦੇ ਲੀਡਰ ਨੂੰ, ਉਹਦੀ ਰਿਹਾਈ ਜਿਹੜੀ ਆ ਉਹ ਮੰਗਦੇ ਨੇ। ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਚੋਣਾਂ ਦਾ ਬਾਈਕਾਟ ਨਾ ਕਰੋ, ਵੋਟ ਜਿਹੜੀ ਆ ਉਹ ਜ਼ਰੂਰ ਪਾਓ, ਵੋਟ ਪਾਉਣਾ ਤੁਹਾਡਾ ਰਾਈਟ ਹੈ, ਇਸ ਕਰਕੇ ਇਹਨੂੰ ਇਗਨੋਰ ਨਾ ਕਰੋ। ਇਹ ਮਸਲੇ ਦਾ ਹੱਲ ਜਿਹੜਾ ਜੀ ਉਹਨਾਂ ਨੇ ਕਿਹਾ ਕਿ ਮੈਂ ਇਹਨੂੰ ਜ਼ੋਰਦਾਰ ਤਰੀਕੇ ਦੇ ਨਾਲ ਉਠਾਊਂਗਾ। ਮੁਲਾਕਾਤ ਚੰਗੀ ਜਿਹੜੀ ਹੈ ਜੀ ਉਹ ਰਹੀ ਕਹੀ ਜਾ ਸਕਦੀ ਹੈ। ਅੱਜ ਅਰਵਿੰਦ ਕੇਜਰੀਵਾਲ ਨੇ ਆਪਣਾ ਦੂਜਾ ਦਿਨ ਜਿਹੜਾ ਜੀ, ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਖਟਕੜ ਕਲਾਂ ਤੋਂ ਸ਼ਹੀਦ ਨੂੰ ਜਿਹੜਾ ਜੀ ਉਹ ਨਮਸਕਾਰ ਕਰਕੇ ਅੱਜ ਆਪਣਾ ਅਗਲਾ ਜਿਹੜਾ ਜੀ ਸ਼ੁਰੂ ਕਰ ਦਿੱਤਾ। ਅੱਜ ਉਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਹਲਕਾ ਜਿਹੜਾ ਜੀ ਉਹਨੂੰ ਕਵਰ ਕਰਦਾ, ਔਰ ਇਹਦੇ ਨਾਲ ਅੱਜ ਇਹ ਜਿਹੜਾ ਪਟਿਆਲੇ ਤੇ ਥੋੜਾ ਕੈਂਸਲ ਜ਼ਰੂਰ ਪ੍ਰੋਗਰਾਮ ਹੋਇਆ, ਜਿਹਨੂੰ ਲੈ ਕੇ ਥੋੜੀ ਫਰਸਟ੍ਰੇਸ਼ਨ ਵੀ ਇੱਥੇ ਪਾਈ ਜਾ ਰਹੀ ਹੈ ਡਾਕਟਰ ਗਾਂਧੀ ਹੋਰਾਂ ਦੇ ਖੇਮੇ ਦੇ ਵਿੱਚ। ਪਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਬਾਕੀ ਲੀਡਰ ਜਿਹੜੇ ਨੇ ਉਹ ਛੇਤੀ ਹੀ ਆਉਣਗੇ, ਜਿਹੜੇ ਕਿ ਹਰਿਆਣੇ ਦੀਆਂ ਚੋਣਾਂ ਤੋਂ ਫਰੀ ਹੋ ਗਏ ਨੇ। ਕੱਲ ਨੂੰ ਜਿਹੜਾ ਜੀ ਪੂਰਾ ਦਿਨ ਜਿਹੜਾ ਜੀ ਮੰਡੀ ਅਹਿਮਦਗੜ੍ਹ ਤੋਂ ਐਂਟਰ ਕਰਨਗੇ ਅਰਵਿੰਦ ਕੇਜਰੀਵਾਲ ਹੋਰੀ। ਉਸ ਤੋਂ ਬਾਅਦ ਮਲੇਰਕੋਟਲਾ, ਸੁਨਾਮ, ਧੂਰੀ, ਬਰਨਾਲਾ ਤੇ ਸੰਗਰੂਰ ਜਿਹੜਾ ਇਹ ਸਾਰੇ ਦਾ ਸਾਰਾ ਕਵਰ ਕਰਕੇ ਸ਼ਾਮ ਨੂੰ ਉਹ ਟ੍ਰੇਨ ਰਾਹੀਂ ਜਿਹੜਾ ਜੀ ਸੰਗਰੂਰ ਤੋਂ ਵਾਪਸ ਦਿੱਲੀ ਨੂੰ ਜਿਹੜਾ ਜੀ ਉਹ ਚਲੇ ਜਾਣਗੇ। ਤੇ ਇਹ 3 ਦਿਨ ਦਾ ਦੌਰਾ ਜਿਹੜਾ ਜੀ, ਇਹਦਾ ਆਪਾਂ ਐਨਾਲਿਸਿਸ ਜਿਹੜਾ ਹੈ ਉਹ ਬਾਅਦ ਦੇ ਵਿੱਚ ਕਰਾਂਗੇ, ਕੀ ਹੋਇਆ ਕੀ ਨਹੀਂ ਹੋਇਆ। ਬਾਕੀ ਇੰਨਾ ਹੈ ਕਿ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਸਾਰੀਆਂ ਚੁੱਪ ਗਰੁੱਪ ਕਰ ਗਈਆਂ ਨੇ। ਇਹਦੇ ਉੱਤੇ ਕੋਈ ਪ੍ਰਤੀਕਰਮ ਜਿਹੜਾ ਜੀ ਨਾ ਕਾਂਗਰਸ ਦਾ ਨਾ ਅਕਾਲੀ ਦਲ ਵਾਲਿਆਂ ਦਾ ਜਿਹੜਾ ਜੀ ਆਇਆ। ਇੱਕ ਗੱਲ ਜ਼ਰੂਰ ਹੈ ਕਿ ਅੰਮ੍ਰਿਤਸਰ ਦੇ ਲੋਕ ਸਭਾ ਹਲਕੇ ਦੇ ਵਿੱਚ ਗੱਲਬਾਤ ਕਰਦਿਆਂ ਹੋਇਆ ਅਰਵਿੰਦ ਕੇਜਰੀਵਾਲ ਨੇ ਜਿਹੜੇ ਪੰਜਾਬ ਦੇ ਨਸ਼ਿਆਂ ਦੇ ਵਾਸਤੇ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਨੂੰ ਸਿੱਧਾ ਦੋਸ਼ੀ ਜਿਹੜਾ ਦੀ ਨਾਮ ਲੈ ਕੇ ਜ਼ਰੂਰ ਠਹਿਰਾ ਦਿੱਤਾ। ਉਹ ਕਲਿੱਪ ਜਿਹੜਾ ਦੀ ਇਸ ਵੇਲੇ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਕਾਫੀ ਘੁੰਮ ਰਿਹਾ। ਦੇਖਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਨੈਸ਼ਨਲ ਕਨਵੀਨਰ ਨੇ ਉਹਦੀ ਇਹ ਜਿਹੜੀ ਥਿਊਰੀ ਆ ਕਿੱਡਾ ਕੁ ਵੱਡਾ ਹੁੰਗਾਰਾ ਜਿਹੜਾ ਜੀ ਉਹ ਦਿੰਦੀ ਹੈ ਪੰਜਾਬ ਦੀਆਂ 13 ਸੀਟਾਂ ਦੇ ਉੱਤੇ, ਜਿੱਥੋਂ ਸਾਰੇ ਹੀ ਉਹਨਾਂ ਦੇ ਉਮੀਦਵਾਰ ਖੜੇ ਨੇ। ਪਰ ਆਮ ਆਦਮੀ ਪਾਰਟੀ ਨੂੰ 2-3 ਸੀਟਾਂ ਦੀ ਚੰਗੀ ਆਸ ਜਿਹੜੀ ਆ ਉਹ ਦੀ ਹੈ। ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਨੂੰ ਦੇਖਣ ਲਈ ਦੁਨੀਆ ਬਾਹਰ ਆ ਗਈ, ਕਿ ਕਿਸੇ ਨੇ ਆਜ਼ਾਦ ਸੋਚਣੀ ਦੇ ਨਾਲ ਬੋਲ ਕੇ ਦੱਸਿਆ ਹੈ ਲੋਕਾਂ ਨੂੰ ਕਿ ਤੁਹਾਡੇ ਰਾਈਟ ਕੀ ਆ, ਤੁਹਾਡੀ ਵੋਟ ਆ ਜਿਹੜੀ, ਤੁਹਾਡੀ ਵੋਟ ਦਾ ਜਿਹੜਾ ਮੁੱਲ ਕਿੰਨਾ ਆ। ਤੇ ਇਸ ਕਰਕੇ ਵੀ ਲੋਕਾਂ ਨੂੰ ਹੈਰਾਨੀ ਹੋਊਗੀ ਕਿ ਲੋਕੀ ਬਹੁਤ ਦੇਰ ਦੇ ਜਿਹੜੇ ਆ ਉਹ ਇੱਕ ਗੁਲਾਮੀ ਦੇ ਵਿੱਚ ਫਸ ਗਏ ਆ। ਉਹਨਾਂ ਨੂੰ ਜਿਹੜਾ ਇਹ ਸੋਚਣੀ ਆ ਜਿਹੜੀ ਉਹਨਾਂ ਦੀ ਉਹ ਮਰ ਚੁੱਕੀ ਸੀ ਕਿ ਸਾਡੀ ਵੋਟ ਦੇ ਨਾਲ ਹੀ ਜਿਹੜੇ ਬਾਕੀ ਆ ਰਾਜੇ ਬਣਦੇ ਆ, ਤੇ ਸਾਡੇ ਕੋਲ ਦੀ ਉਹ ਜਿਹੜੇ ਲਾਲ ਬੱਤੀਆਂ ਲਾ ਕੇ ਉਹ ਭੱਜ ਜਾਂਦੇ ਆ ਤੇ ਮੁੜ ਕੇ ਉਹਨਾਂ ਦੀ ਬਾਤ ਨਹੀਂ ਪੁੱਛਦੇ।
ਤੇ ਅੱਗੇ ਗੱਲ ਕਰਦੇ ਹਾਂ ਜੀ, ਕਾਂਗਰਸ ਵੱਲੋਂ ਜਿਹੜੀ ਆ ਮੋਦੀ ਤੇ ਆ ਜਿਹੜੇ ਹਮਲੇ ਆ ਉਹ ਕਾਫੀ ਤੇਜ਼ ਹੋ ਗਏ ਆ। ਚਾਰੇ ਪਾਸਿਆਂ ਤੋਂ ਉਹਨਾਂ ਨੇ ਜਿਹੜੇ ਹਮਲੇ ਆ ਤੇਜ਼ ਕਰ ਦਿੱਤੇ ਆ, ਤੇ ਅੱਗੇ ਮੋਦੀ ਦਾ ਕੀ ਪ੍ਰਤੀਕਰਮ ਆ? ਮੋਦੀ ਦਾ ਇਹਦੇ ਉੱਤੇ ਪ੍ਰਤੀਕਰਮ ਜਿਹੜਾ ਜੀ ਉਹ ਕੋਈ ਬਹੁਤਾ ਵੱਡਾ ਨਹੀਂ ਆ ਰਿਹਾ, ਪਰ ਕਾਂਗਰਸ ਨੇ ਚੌਤਰਫਾ ਹਮਲੇ ਜਿਹੜੇ ਨੇ ਜੀ ਉਹ ਮੋਦੀ ਦੇ ਉੱਤੇ ਤੇਜ਼ ਕੀਤੇ ਨੇ। ਇੱਕ ਤਾਂ ਉਹਨੂੰ ਜਿਹੜਾ ਉਹਦਾ ਮੈਰਿਟਲ ਸਟੇਟਸ ਹੈ, ਵਿਆਹ ਵਾਲਾ ਜਿਹੜਾ ਸਟੇਟਸ ਸੀ, ਉਸ ਮਾਮਲੇ ਦੇ ਉੱਤੇ ਕਾਫੀ ਘੇਰਿਆ ਹੈ ਔਰ ਇਹ ਆਖਿਆ ਕਿ ਪਹਿਲਾਂ ਖਾਨਾ ਕਿਉਂ ਖਾਲੀ ਛੱਡਦੇ ਰਹੇ, ਹੁਣ ਜਿਹੜਾ ਕਿ ਉਹਨਾਂ ਨੇ ਖਾਨਾ ਕਿਉਂ ਭਰਿਆ। ਇਹਦੇ ਵਿੱਚ ਕਾਂਗਰਸ ਨੇ ਅਟਲ ਬਿਹਾਰੀ ਵਾਜਪੇਈ ਦਾ ਸਹਾਰਾ ਲਿਆ। ਕਾਂਗਰਸ ਦੀ ਵੈਬਸਾਈਟ ਦੇ ਉੱਤੇ ਉਹਨਾਂ ਨੇ ਅਟਲ ਬਿਹਾਰੀ ਵਾਜਪੇਈ ਦੀ ਰਜਵੀ ਤਾਰੀਫ ਕੀਤੀ ਹੈ, ਨਾਲ ਇਹ ਲਿਖਿਆ ਹੈ ਕਿ ਉਹ ਅਟਲ ਬਿਹਾਰੀ ਵਾਜਪੇਈ ਜਿਹੜੇ ਗੁਜਰਾਤ ਦੰਗਿਆਂ ਤੋਂ ਬਾਅਦ ਇਹ ਸਮਝਦੇ ਸਨ ਕਿ ਨਰਿੰਦਰ ਮੋਦੀ ਹੋਰਾਂ ਨੂੰ ਉੱਥੋਂ ਦੇ ਚੀਫ ਮਿਨਿਸਟਰ ਰਹਿਣ ਦਾ ਕੋਈ ਹੱਕ ਨਹੀਂ, ਭਾਰਤੀ ਜਨਤਾ ਪਾਰਟੀ ਉਹਨੂੰ ਮੁਲਕ ਕਿਉਂ ਬਣਾ ਦੇਣਾ ਚਾਹੁੰਦੀ ਹੈ। ਇਸ ਗੱਲ ਦਾ ਸਹਾਰਾ ਵੀ ਜਿਹੜਾ ਕਾਂਗਰਸ ਨੇ ਲਿਆ ਹੈ ਆਪਣੀ ਵੈਬਸਾਈਟ ਦੇ ਉੱਤੇ। ਔਰ ਇਹਦੇ ਨਾਲ ਉਹਨਾਂ ਨੇ ਕਿਹਾ ਹੈ ਕਿ ਭਾਜਪਾ ਦੇ ਵਿੱਚ ਅਡਵਾਨੀ ਦੀ ਥਾਂ ਦੇ ਉੱਤੇ ਅਡਾਨੀ ਯੁੱਗ ਜਿਹੜਾ ਸੀ ਉਹ ਸ਼ੁਰੂ ਕਰ ਦਿੱਤਾ ਗਿਆ। ਅਡਾਨੀ ਉਹ ਵਿਅਕਤੀ ਹੈ ਜੀ ਜਿਹਦਾ ਜ਼ਿਆਦਾ ਪੈਸਾ ਉਹ ਗੁਜਰਾਤ ਦੇ ਵਿੱਚ ਲੱਗਿਆ ਤੇ ਉਹਨੂੰ ਬਹੁਤੀਆਂ ਜ਼ਮੀਨਾਂ ਜਿਹੜੀਆਂ ਨੇ ਕਿਸਾਨਾਂ ਤੋਂ ਖੋ ਮੋਦੀ ਸਰਕਾਰ ਨੇ ਜਿਹੜੀਆਂ ਨੇ ਉਹ ਦਿੱਤੀਆਂ ਨੇ। ਇਹ ਚੌਤਰਫਾ ਹਮਲਾ ਨਰਿੰਦਰ ਮੋਦੀ ਹੋਰਾਂ ਦੇ ਉੱਤੇ ਹੋਇਆ, ਇਹਦਾ ਕੋਈ ਜਵਾਬ ਅਜੇ ਉਹਨਾਂ ਨੇ ਨਹੀਂ ਦਿੱਤਾ। ਖਾਸ ਤੌਰ ਦੇ ਉੱਤੇ ਜਿਹੜਾ ਨੈਸ਼ਨਲ ਸਟੇਟਸ ਹੈ ਉਹਨਾਂ ਦਾ, ਉਸ ਮਾਮਲੇ ਦੇ ਉੱਤੇ ਉਹ ਕੀ ਜਵਾਬ ਜਿਹੜਾ ਹੈ ਉਹ ਦੇਣਗੇ। ਸ਼ਾਇਦ ਉਹਨਾਂ ਦੇ ਜਿਹੜੇ ਨੇੜੇ ਤੇੜੇ ਵਾਲੇ ਨੇ ਉਹ ਮਾੜਾ ਮੋਟਾ ਜਵਾਬ ਦੇ ਰਹੇ ਨੇ, ਪਰ ਨਰਿੰਦਰ ਮੋਦੀ ਕੋਲ ਇਹਦਾ ਕੋਈ ਬਹੁਤਾ ਜਵਾਬ ਨਹੀਂ ਹੈ। ਉਹਦੀ ਕੱਲ ਦੀ ਥੋੜੀ ਜਿਹੀ ਬੋਲਤੀ ਜਿਹੜੀ ਆ ਉਹ ਠੰਡੀ ਹੋਈ ਆ। ਜੀ ਬਿਲਕੁਲ, ਜਿਹੜੇ ਉਹਦੇ ਵਾਈਫ ਵਾਲਾ ਮਾਮਲਾ ਹੈਗਾ ਆ ਉਸ ਦੇ ਵਿੱਚ ਤੇ ਜਿਹੜੀਆਂ ਔਰਤਾਂ ਨੇ ਜੀ ਇੰਡੀਆ ਦੀਆਂ, ਤੇ ਉਹਨਾਂ ਨੂੰ ਤਾਂ ਜ਼ਰੂਰ ਉਹਦਾ ਜਿਹੜਾ ਆ ਉਹ ਦੇਖਣਾ ਚਾਹੀਦਾ ਆ ਕਿ ਕੀ ਔਰਤਾਂ ਦੇ ਨਾਲ ਇਸ ਤਰ੍ਹਾਂ ਕੀਤਾ ਜਾਂਦਾ। ਕਿੰਨੇ ਸਾਲਾਂ ਬਾਅਦ ਉਹ ਜਿਹੜੀ ਗੱਲ ਸਾਹਮਣੇ ਆਈ ਆ ਕਿ ਨਰਿੰਦਰ ਮੋਦੀ ਵਿਆਹੇ ਹੋਏ ਨੇ, ਪਰ ਸਾਰੇ ਇਹੀ ਸਮਝਦੇ ਸੀ ਕਿ ਨਰਿੰਦਰ ਮੋਦੀ ਅਜੇ ਕੁਆਰੇ ਆ। ਤੇ ਅੱਗੇ ਜੀ ਅਮਿਤ ਸ਼ਾਹ ਤੇ ਅੰਜਾਮ ਖਾਨ ਦਾ ਜਿਹੜੇ ਸ਼ਿਕੰਜੇ ਕੱਸੇ ਗਏ ਨੇ, ਇਹਨਾਂ ਦਾ ਕੀ ਚੱਲ ਰਿਹਾ ਆ? ਅਮਿਤ ਸ਼ਾਹ ਹੈ ਜੀ ਨਰਿੰਦਰ ਮੋਦੀ ਦਾ ਸੱਜਾ ਹੱਥ ਭਾਰਤੀ ਜਨਤਾ ਪਾਰਟੀ ਦਾ, ਤੇ ਆਜ਼ਮ ਖਾਨ ਜਿਹੜਾ ਹੈ ਜੀ ਇਹ ਹੈਗਾ ਸਮਾਜਵਾਦੀ ਪਾਰਟੀ ਦਾ ਜੀ। ਇਹਨਾਂ ਦੋਨਾਂ ਦੀ ਜਿਹੜੀ ਜ਼ੁਬਾਨ ਦਾ ਰਸ ਪਿਛਲੇ ਦਿਨਾਂ ਤੋਂ ਟਪਕਦਾ ਰਿਹਾ, ਜਿੱਥੇ ਅਮਿਤ ਸ਼ਾਹ ਨੇ ਇਹ ਗੱਲ ਆਖੀ ਸੀਗੀ ਕਿ ਦੰਗੇ ਕਰਵਾਉਣ ਵਾਲਿਆਂ ਤੋਂ ਬਦਲਾ ਲੈਣ ਦਾ ਸਮਾਂ ਹੈ। ਜੀ ਜੀ, ਉਹਨਾਂ ਨੇ ਇੱਕ ਰੈਲੀ ਦੇ ਵਿੱਚ ਇਹ ਗੱਲ ਆਖੀ ਕਿ ਉੱਥੇ ਆਜ਼ਮ ਖਾਨ ਜਿਹੜਾ ਹੈ ਜੀ ਉਹਨੇ ਵੀ ਇੱਕ ਜਿਹੜਾ ਫਿਰਕਾ ਹੈ ਉਹਨੂੰ ਭੜਕਾਉਣ ਦੇ ਵਾਸਤੇ ਇਹ ਗੱਲ ਕਹੀ ਸੀ ਕਿ ਹੁਣ ਸਮਾਂ ਆ ਗਿਆ ਇਹਨਾਂ ਜਿਹੜੀਆਂ ਵਿਅਕਤੀਆਂ ਨੇ ਉਹਨਾਂ ਦੇ ਉੱਤੇ ਹਮਲਾ ਕਰਨ ਦਾ। ਇਲੈਕਸ਼ਨ ਕਮਿਸ਼ਨ ਕੁਝ ਦਿਨਾਂ ਤੋਂ ਚੁੱਪ ਰਿਹਾ, ਪਰ ਦੇ ਵਿੱਚ ਇਹ ਕਾਫੀ ਮਸਲਾ ਭਖ ਪਿਆ ਕਿ ਇਲੈਕਸ਼ਨ ਕਮਿਸ਼ਨ ਚੁੱਪ ਕਿਉਂ ਹੈ, ਉਹ ਕਿਉਂ ਨਹੀਂ ਇਹਦੇ ਉੱਤੇ ਸਖਤ ਐਕਸ਼ਨ ਲੈਂਦਾ। ਹੁਣ ਤਕੜਾ ਐਕਸ਼ਨ ਲੈ ਲਿਆ। ਇੱਕ ਤਾਂ ਅਮਿਤ ਸ਼ਾਹ ਤੇ ਦੂਸਰਾ ਆਜ਼ਮ ਖਾਨ, ਇਹ ਕੋਈ ਰੈਲੀ ਨਹੀਂ ਕਰ ਸਕਦੇ, ਕੋਈ ਮੀਟਿੰਗ ਨਹੀਂ ਕਰ ਸਕਦੇ, ਕਿਸੇ ਰੋਡ ਸ਼ੋਅ ਦੇ ਮੌਕੇ ਦੇ ਉੱਤੇ ਇਹ ਹਾਜ਼ਰ ਨਹੀਂ ਹੋ ਸਕਦੇ, ਨਾ ਖੁਦ ਰੋਡ ਸ਼ੋਅ ਜਿਹੜਾ ਵੀ ਉਹ ਕਰ ਸਕਦੇ ਨੇ। ਦੋਨਾਂ ਦੇ ਉੱਤੇ FIR ਦਰਜ ਜਿਹੜੀ ਕਰਨ ਦਾ ਹੁਕਮ ਦਿੱਤਾ ਗਿਆ। ਕਿ ਅਮਿਤ ਸ਼ਾਹ ਉਹੀ ਬੰਦਾ ਜਿਹੜੀ ਇੱਕ ਮਾਮਲਾ ਬੜਾ ਉਭਰਿਆ ਸੀਗਾ ਜਿਹਦੀ ਤੁਸੀਂ ਨਰਿੰਦਰ ਮੋਦੀ ਨੇ ਕਰਾਈ ਸੀ, ਉਹਦੇ ਚ ਵੀ ਅਮਿਤ ਸ਼ਾਹ ਦੀ ਇਨਵੋਲਵਮੈਂਟ ਜਿਹੜੀ ਆ ਕਿਤੇ ਨਾ ਕਿਤੇ ਦੀਦੀ ਆ। ਜਿਹੜਾ ਇੱਕ ਝੂਠਾ ਪੁਲਿਸ ਮੁਕਾਬਲਾ ਹੋਇਆ ਸੀਗਾ ਉਹਦੇ ਵਿੱਚ ਵੀ ਅਮਿਤ ਸ਼ਾਹ ਦਾ ਨਾਮ ਜਿਹੜਾ ਜੀ ਉਹ ਬੋਲਦਾ ਹੈ। ਪਰ ਇਹਨਾਂ ਦੋਨੋਂ ਬੰਦਿਆਂ ਦੀ ਜ਼ੁਬਾਨ ਜਿਹੜੀ ਹੈ ਕੰਟਰੋਲ ਕਰਨ ਦੇ ਵਾਸਤੇ ਹੁਣ ਸ਼ਿਕੰਜਾ ਜਿਹੜਾ ਜੀ ਉਹ ਇਲੈਕਸ਼ਨ ਕਮਿਸ਼ਨ ਨੇ ਕੱਸਿਆ, ਦੇਰ ਨਾਲ ਹੀ ਸਹੀ ਪਰ ਸਹੀ ਕੱਸ ਦਿੱਤਾ ਜੀ। ਜੀ ਚਲੋ, ਜੇ ਇਲੈਕਸ਼ਨ ਕਮਿਸ਼ਨ ਦੀ ਆਪਾਂ ਗੱਲ ਕਰਦੇ ਹਾਂ, ਇਲੈਕਸ਼ਨ ਕਮਿਸ਼ਨ ਦੇ ਕੋਲ ਇੱਕ ਹੋਰ ਸ਼ਿਕਾਇਤ ਗਈ ਹੈ ਜੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ, ਕਿ ਉਹਨਾਂ ਨੇ ਐਸੀ ਕਿਹੜੀ ਗੱਲ ਕਰ ਦਿੱਤੀ ਕਿ ਉਹਨਾਂ ਦੇ ਖਿਲਾਫ ਜਿਹੜੀ ਉਹ ਸ਼ਿਕਾਇਤ ਹੋ ਚੁੱਕੀ ਆ? ਇਹ ਸ਼ਿਕਾਇਤ ਜਿਹੜੀ ਹੈ ਜੀ ਕਾਂਗਰਸ ਨੇ ਕੀਤੀ ਹੈ ਔਰ ਕਾਂਗਰਸ ਨੇ ਇਹਦੇ ਵਿੱਚ ਇਹ ਗੱਲ ਕਹੀ ਹੈ ਕਿ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਉਹਨਾਂ ਦਾ ਕਲਿੱਪ ਹੈ ਇੱਕ, ਜਿਹੜੇ ਪਵਨ ਕੁਮਾਰ ਜਲੰਧਰ ਤੋਂ ਜਿਹੜੇ ਅਕਾਲੀ BJP ਦੇ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਬੋਲ ਰਹੇ ਨੇ। ਔਰ ਬੋਲਦਿਆਂ ਹੋਇਆ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਮੈਂ ਜਿਹੜੇ ਬਿਜ਼ਨਸਮੈਨ ਉਹਨਾਂ ਨੂੰ ਇਹ ਰਿਕੁਐਸਟ ਕਰਨੀ ਚਾਹੁੰਦਾ ਹੈ ਕਿ ਪਵਨ ਕੁਮਾਰ ਟੀਨੂ ਦੀ ਤਨ ਮਨ ਤੇ ਉਹਨਾਂ ਨੇ ਕਿਹਾ ਅਗਲਾ ਅੱਖਰ ਤੁਸੀਂ ਆਪ ਹੀ ਸਮਝ ਲਿਓ, ਜਿਹਦੇ ਨਾਲ ਮਦਦ ਜਿਹੜੀ ਆ ਉਹ ਕਰਨੀ ਬਣਦੀ ਹੈ। ਬਾਦਲ ਸਾਹਿਬ ਇਹਦੇ ਵਿੱਚ ਇਹ ਕਹਿੰਦੇ ਨੇ ਕਿ ਇਲੈਕਸ਼ਨਾਂ ਬੜੀਆਂ ਹੋ ਗਈਆਂ, ਕਰੋੜਾਂ ਰੁਪਏ ਖਰਚ ਆਉਂਦੇ ਨੇ, ਇਸ ਕਰਕੇ ਇਹਦੀ ਇਸ ਪਾਸੇ ਤੋਂ ਮਦਦ ਜ਼ਰੂਰ ਕਰਨੀ। ਇਹ ਵੀ ਕਹਿ ਦਿੱਤਾ ਕਿ ਲੁੱਕ ਕੇ ਕਰਿਓ, ਸਾਹਮਣੇ ਨਾ ਕਰਿਓ, ਕਿਤੇ ਫੋਟੋ ਨਾ ਖਿੱਚੀ ਜਾਵੇ, ਫਿਰ ਮੁਸ਼ਕਲ ਦੇ ਵਿੱਚ ਜਿਹੜਾ ਤੁਸੀਂ ਆ ਜਾਓਗੇ। ਇਹ ਕਲਿੱਪ ਜਿਹੜਾ ਜੀ ਇੱਕ ਇੱਥੋਂ ਦੇ ਨਿਊਜ਼ ਚੈਨਲ ਨੇ, ਨੈਸ਼ਨਲ ਨਿਊਜ਼ ਚੈਨਲ ਨੇ, ਹਿੰਦੀ ਨਿਊਜ਼ ਚੈਨਲ ਨੇ ਦਿਖਾਤਾ। ਉਸ ਕਲਿੱਪ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਦੇ ਕੋਲੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸ਼ਿਕਾਇਤ ਜਿਹੜੀ ਹੈ ਜੀ ਉਹ ਪਹੁੰਚ ਗਈ ਆ। ਦੇਖਦੇ ਹਾਂ ਇਲੈਕਸ਼ਨ ਕਮਿਸ਼ਨ ਜਿਹੜਾ ਜੀ ਉਹ ਇਸ ਮਾਮਲੇ ਉੱਤੇ ਕੀ ਕਰਦਾ।
ਜੀ ਤੇ ਅੱਗੇ ਚੱਲਦੇ ਜੀ ਕੇਜਰੀਵਾਲ ਵੱਲ ਫਿਰ ਕਿ ਜਿਹੜੇ ਹਮਲੇ ਆ ਆਪਾਂ ਸਭ ਤੋਂ ਵੱਧ ਜ਼ਿਆਦਾ ਹਮਲੇ ਜਿਹੜੇ ਹੋਏ ਆ ਘਸੁੰਨ ਵੱਜੇ ਆ ਚਪੇੜਾਂ ਵੱਜੀਆਂ ਆ ਉਹ ਅਰਵਿੰਦ ਕੇਜਰੀਵਾਲ ਦੇ ਵੱਜੇ ਆ ਤੇ ਪਰ ਜਿਹੜੀ ਸੁਰੱਖਿਆ ਆ ਉਹ ਹੋਰ ਪਾਰਟੀਆਂ ਨੂੰ ਕਿਉਂ ਜ਼ਿਆਦਾ ਮਿਲ ਰਹੀ ਆ? ਜਿਹੜੀਆਂ ਇਹ ਚੋਣ ਲੜ ਰਹੇ ਲੋਕ ਨੇ ਜੀ ਉਹ ਐਕਸਕਿਊਜ਼ ਬਣਾ ਰਹੇ ਨੇ ਇਸ ਗੱਲ ਦਾ ਕਿ ਦੇਖੋ ਜੀ ਜੇ ਅਰਵਿੰਦ ਕੇਜਰੀਵਾਲ ਜਿਹੜਾ ਹੈ ਉਹ ਸੇਫ ਨਹੀਂ ਹੈ ਤੇ ਸਾਡੀ ਵੀ ਸੁਰੱਖਿਆ ਜਿਹੜੀ ਹੈ ਉਹ ਦਾਅ ਦੇ ਉੱਤੇ ਲੱਗੀ ਹੋਈ ਹੈ। ਇਸ ਕਰਕੇ ਉਹ ਆਪਣੀ ਜਿਹੜੀ ਸਿਕਿਉਰਿਟੀ ਆ ਵਧਾਉਣ ਦੀ ਗੱਲ ਕਰਦੇ। ਅਰਵਿੰਦ ਕੇਜਰੀਵਾਲ ਵਾਸਤੇ ਇਹ ਵੀ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਵੀ ਉਹਨੂੰ ਉਹ ਦਿੱਤੀ ਤਾਂ ਜਾ ਰਹੀ ਹੈ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕ ਜਿਹੜੇ ਉਹਦੇ ਨੇੜੇ ਨਾ ਇਸ ਪੁਆਇੰਟ ਆਫ ਵਿਊ ਨਾਲ ਸੁਰੱਖਿਆ ਦਿੱਤੀ ਜਾ ਰਹੀ ਹੈ। ਅਰਵਿੰਦ ਕੇਜਰੀਵਾਲ ਇਸ ਜਿਹੜੀ ਸੁਰੱਖਿਆ ਉਹ ਲੈਣ ਤੋਂ ਇਨਕਾਰ ਕਰ ਰਹੇ ਨੇ, ਪਰ ਜਿਹੜੇ ਦੂਜੇ ਨੇ ਉਹ ਇਸ ਗੱਲ ਦਾ ਲਾਹਾ ਇਸ ਪੁਆਇੰਟ ਆਫ ਵਿਊ ਨਾਲ ਲੈ ਰਹੇ ਨੇ ਕਿ ਦੇਖੋ ਸੁਰੱਖਿਅਤ ਹੋ ਗਿਆ, ਸਾਡੇ ਵੀ ਕੋਈ ਘਸੁੰਨ ਮਾਰ ਸਕਦਾ, ਸਾਡੇ ਵੀ ਕੋਈ ਥੱਪੜ ਜਿਹੜਾ ਮਾਰ ਸਕਦਾ, ਇਸ ਕਰਕੇ ਸਾਡੀ ਜਿਹੜੀ ਹੈਗੀ ਉਹ ਹੋਰ ਜ਼ਿਆਦਾ ਕਰੋ। ਅਰਵਿੰਦ ਕੇਜਰੀਵਾਲ ਦੇ ਵਿੱਚ ਹੀ ਹੈ, ਪਰ ਜਿਹੜੀ ਸੁਰੱਖਿਆ ਹੈ ਉਹ ਆਪਣੀ ਇਹਦੀ ਆੜ ਦੇ ਵਿੱਚ ਵਧਾਈ ਜਾ ਰਹੇ ਨੇ ਜੀ ਬਾਕੀ ਸਿਆਸੀ ਪਾਰਟੀਆਂ ਵਾਲੇ। ਜੀ ਤੇ ਮੁਲਾਇਮ ਸਿੰਘ ਯਾਦਵ ਦਾ ਵੀ ਕਾਫੀ ਜਿਹੜਾ ਰੋਸ ਪਾਇਆ ਜਾ ਰਿਹਾ ਹੈ ਲੋਕਾਂ ਦੇ ਵਿੱਚ, ਉਹ ਕਿਹੜੀ ਗੱਲ ਤੋਂ ਲੋਕ ਖਫਾ ਹੋ ਗਏ ਨੇ ਜੀ ਮੁਲਾਇਮ ਸਿੰਘ ਯਾਦਵ ਤੋਂ? ਮੁਲਾਇਮ ਸਿੰਘ ਯਾਦਵ ਹੋਰਾਂ ਨੇ ਜਿਹੜਾ ਬਿਆਨ ਦਿੱਤਾ ਜੀ ਉਹ ਉਮਰ ਦਾ ਤਕਾਜ਼ਾ ਕਹਿ ਦਿਓ ਜਾਂ ਇਹ ਕਹਿ ਲਓ ਓਵਰ ਕੌਨਫੀਡੈਂਸ, ਦੋ ਚੀਜ਼ਾਂ ਨੂੰ ਮਿਕਸਅਪ ਕਰਕੇ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ ਸਖਤ ਕਾਨੂੰਨ ਬਲਾਤਕਾਰ ਦੇ ਵਾਸਤੇ ਆਇਆ, ਰੇਪ ਦੇ ਵਾਸਤੇ ਆਇਆ, ਇਹ ਗਲਤ ਹੈ। ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਮੁੰਡੇ ਨੇ ਕਈ ਵਾਰੀ ਉਹਨਾਂ ਤੋਂ ਜਵਾਨੀ ਵਿੱਚ ਗਲਤ ਜਿਹੜੀਆਂ ਹੋ ਜਾਂਦੀਆਂ ਨੇ, ਪਰ ਉਹਨਾਂ ਨੇ ਕਿਹਾ ਇਹ ਥੋੜ੍ਹੀ ਹੈ ਕਿ ਬੰਬੇ ਦੇ ਵਿੱਚ ਜਿਵੇਂ 3 ਮੁੰਡੇ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਹੈ, ਇਹ ਗਲਤ ਹੈ। ਜਿਹੜੀ ਉਹਨਾਂ ਨੇ ਕਿਹਾ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਇਹ ਕਾਨੂੰਨ ਜਿਹੜਾ ਹੈ ਖਤਮ ਕਰਾਂਗੇ ਜਿਹੜਾ ਕਿ ਬਲਾਤਕਾਰੀ ਨੂੰ ਫਾਂਸੀ ਦੀ ਸਜ਼ਾ ਉਹ ਦਿੰਦਾ। ਦੇਖੋ ਜਿਹੜੇ ਤਾਂ ਕਾਨੂੰਨ ਆਇਆ ਉਹਦੀ ਮਿਸਯੂਜ਼ ਕਿਤੇ ਨਾ ਕਿਤੇ ਹੋ ਸਕਦੀ ਹੈ, ਉਹਦੇ ਤੋਂ ਨਾ ਨਹੀਂ ਕੀਤਾ ਜਾ ਸਕਦਾ, ਉਹਦੇ ਵਿੱਚ ਕੁਝ ਚੇਂਜਸ ਹੋ ਸਕਦੀਆਂ ਨੇ, ਪਰ ਜਿਹੜੀ ਗੱਲ ਉਹਨਾਂ ਨੇ ਮੁੰਬਈ ਵਾਲੇ ਰੇਪ ਕਾਂਡ ਦੀ ਜਿਹੜੀ ਹੈ ਦੀ ਕਹਿ ਦਿੱਤੀ, ਉੱਥੇ ਉਹ ਫਸ ਗਏ ਕਿਉਂਕਿ ਮੁੰਬਈ ਦੇ ਵਿੱਚ ਜਿਹੜੇ ਇਹਨਾਂ ਗੁੰਡਿਆਂ ਨੇ ਇਹ ਰੇਪ ਕਾਂਡ ਕੀਤਾ ਸੀਗਾ ਜੀ, ਇਹ ਪਹਿਲਾ ਕਾਰਾ ਨਹੀਂ ਸੀ ਉਹਨਾਂ ਦਾ, ਉਹ ਪਹਿਲਾਂ ਵੀ ਇਹੋ ਜਿਹੇ ਮਾਮਲਿਆਂ ਦੇ ਵਿੱਚ ਫਸਦੇ ਰਹੇ ਨੇ, ਉਹ ਕ੍ਰਿਮੀਨਲ ਲੋਕ ਨੇ, ਇਹ ਅਦਾਲਤ ਦੇ ਵਿੱਚ ਗੱਲ ਪ੍ਰੂਫ ਹੋ ਚੁੱਕੀ ਹੈ। ਸੋ ਇਸ ਕਰਕੇ ਜਿਹੜੇ ਮੁਲਾਇਮ ਸਿੰਘ ਯਾਦਵ ਨੇ ਇਸ ਕਿਸਮ ਦੇ ਨਾਲ ਉਹ ਕ੍ਰਿਮੀਨਲ ਲੋਕ ਜਿਹੜੇ ਨੇ ਉਹਨਾਂ ਦਾ ਸਾਥ ਇੱਕ ਕਿਸਮ ਦੇ ਨਾਲ ਆਪਣੇ ਬਿਆਨ ਦੇ ਰਾਹੀਂ ਦੇ ਰਹੇ ਨੇ, ਜਿਹਦੇ ਕਰਕੇ ਪੂਰੇ ਮੁਲਕ ਦੇ ਵਿੱਚ ਉਹਨਾਂ ਦੇ ਖਿਲਾਫ ਇਸ ਵੇਲੇ ਦੀ ਰੌਲਾ ਰੱਪਾ ਜਿਹੜਾ ਸ਼ੁਰੂ ਹੋ ਗਿਆ। ਸਿਆਸੀ ਪਾਰਟੀਆਂ, ਔਰਤਾਂ ਦੀਆਂ ਜਥੇਬੰਦੀਆਂ, ਮਨੁੱਖੀ ਅਧਿਕਾਰ ਵਾਲੀਆਂ ਜਿਹੜੀਆਂ ਜਥੇਬੰਦੀਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਮੁਲਾਇਮ ਸਿੰਘ ਯਾਦਵ ਦੇ ਇਸ ਬਿਆਨ ਦੀ ਨਿਖੇਧੀ ਕਰ ਰਹੀਆਂ ਨੇ, ਪਰ ਅਜੇ ਉਹ ਆਪਣੇ ਇਸ ਬਿਆਨ ਤੇ ਤਸ ਤੋਂ ਮਸ ਨਹੀਂ ਹੋਏ ਜੀ। ਤੇ ਅੱਗੇ ਜੇ ਚੰਦੂਮਾਜਰਾ ਦੀ ਗੱਲ ਕਰੀਏ ਕਿ ਚੰਦੂਮਾਜਰਾ ਦੇ ਜਿਹੜੇ ਸਤਾਰੇ ਆ ਉਹ ਕਿਸ ਤਰ੍ਹਾਂ ਨੇ, ਕਿ ਉਹ ਬੀਬੀ ਤੋਂ ਜਿੱਤ ਜਾਣਗੇ ਜਾਂ ਬੀਬੀ ਦੇ ਹੱਥੋਂ ਹੀ ਮਾਰ ਖਾਣਗੇ ਦੁਆਰਾ? ਇਹ ਬੜਾ ਥੋੜਾ ਜਿਹਾ ਇੰਟਰਸਟਿੰਗ ਵੀ ਰਿਹਾ ਕਿ ਜਿਹੜੇ ਪ੍ਰੇਮ ਸਿੰਘ ਚੰਦੂਮਾਜਰਾ ਹੋਰੀ ਨੇ ਉਹ ਬੀਬੀਆਂ ਤੋਂ ਬਹੁਤ ਵਾਰੀ ਜਿਹੜਾ ਦੀ ਹਾਰੇ ਨੇ, ਜਿਹਦੇ ਕਰਕੇ ਇਸ ਵਾਰੀ ਫੇਰ ਇਹ ਕਿਹਾ ਜਾ ਰਿਹਾ ਹੈ ਕਿ ਉਹ ਉਹਨਾਂ ਦੇ ਜਿਹੜੇ ਸਤਾਰੇ ਨੇ ਉਹ ਫੇਰ ਬੀਬੀ ਨਾਲ ਆ ਕੇ ਇਹਨਾਂ ਦੀ ਜੁੜ ਗਏ ਨੇ। ਉਹ ਹੁਣ ਤੱਕ ਰਜਿੰਦਰ ਕੌਰ ਭੱਠਲ ਤੋਂ ਹਾਰ ਚੁੱਕੇ ਨੇ, ਬੀਬੀ ਪਰਨੀਤ ਕੌਰ ਤੋਂ ਹਾਰ ਚੁੱਕੇ ਨੇ। ਉਹਨਾਂ ਨੂੰ ਇਹੋ ਲੱਗਦਾ ਸੀਗਾ ਕਿ ਇਸ ਵਾਰੀ ਇਹ ਜਿਹੜਾ ਹੈ ਨਾ ਜੀ ਸੋਕਾ ਟੁੱਟ ਜਾਊਗਾ ਕਿਉਂਕਿ ਰਵਨੀਤ ਸਿੰਘ ਬਿੱਟੂ ਹੋਰੀ ਨੇ, ਪਰ ਸਰਕਮਸਟੈਂਸ ਬਣੇ ਕਿ ਰਵਨੀਤ ਸਿੰਘ ਬਿੱਟੂ ਹੋਰਾਂ ਨੂੰ ਉੱਥੋਂ ਪਾਸੇ ਕਰਤਾ ਕਾਂਗਰਸ ਨੇ ਤੇ ਬੀਬੀ ਅੰਬਿਕਾ ਸੋਨੀ ਜਿਹੜੀ ਹੈ ਉਹ ਲਿਆ ਕੇ ਖੜੀ ਕਰਤੀ। ਜੇ ਪ੍ਰੇਮ ਸਿੰਘ ਚੰਦੂਮਾਜਰਾ ਹੋਰੀ ਫੇਰ ਹਾਰਦੇ ਨੇ ਤੇ ਕਮ ਸੇ ਕਮ ਉਹ ਸੀਟ ਲੱਭਿਆ ਕਰਨਗੇ ਜਿੱਥੋਂ ਕੋਈ ਨਾ ਕੋਈ ਬੀਬੀ ਨਾ ਖੜੀ ਹੋਵੇਗੀ। ਉਹ ਲੱਗਦਾ ਕਿ ਬੀਬੀਆਂ ਜਿਹੜੀਆਂ ਨੇ ਉਹ ਲਗਾਤਾਰ ਹਰਾਉਂਦੀਆਂ ਰਹੀਆਂ ਨੇ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਨੂੰ, ਇਹੀ ਡਰ ਉਹਨਾਂ ਨੂੰ ਇਸ ਵਾਰੀ ਸਤਾਰਿਆ। ਜੇ ਉਹ ਸੀਟ ਖੜਦੇ ਨੇ ਤੇ ਸ਼ਾਇਦ ਹੋ ਸਕਦਾ ਕਿ ਇਹ ਜਿਹੜਾ ਸੋਕਾ ਦੀ ਉਹ ਟੁੱਟ ਜਾਵੇ ਤੇ ਇਹ ਵੀ ਮਹਿਮ ਉਹਨਾਂ ਦੇ ਦਿਲ ਦੇ ਵਿੱਚੋਂ ਨਿਕਲ ਜਾਵੇ ਕਿ ਨਹੀਂ, ਬੀਬੀ ਨੂੰ ਵੀ ਹਰਾਇਆ ਜਾ ਸਕਦਾ। ਬਿਲਕੁਲ ਜੀ। ਕਈ ਵਾਰੀ ਪਾਰਟੀਆਂ ਦੇ ਕੋਲ ਇੱਕ ਸਟਾਰ ਪ੍ਰਚਾਰਕ ਹੁੰਦੇ ਆ ਜੋ ਕਨਵਿੰਸਿੰਗ ਕਰਦੇ ਆ ਵੋਟਾਂ ਲਈ, ਪਰ ਇਹਨਾਂ ਦੇ ਕੋਲ ਸ਼ਾਇਦ ਇਹੀ ਸਟਾਰ ਆ ਜੋ ਬੀਬੀਆਂ ਤੋਂ ਮਾਰ ਖਾਂਦੇ ਆ। ਤੇ ਅੱਗੇ ਚੱਲਦੇ ਜੀ ਲਾਸਟ ਆਪਾਂ ਕਿ ਪਟਿਆਲੇ ਦਾ ਕੀ ਹਾਲ ਆ? ਪਟਿਆਲੇ ਦੀ ਸੀਟ ਆ ਜਿਹੜੀ ਉਹ ਕਿੱਧਰ ਨੂੰ ਆ ਜੀ ਉਸ ਦਾ ਰੁਖ? ਪਟਿਆਲੇ ਦੀ ਜਿਹੜੀ ਸਥਿਤੀ ਹੈ ਜੀ ਇਸ ਵੇਲੇ ਬੜੀ ਦਿਲਚਸਪ ਜਿਹੜੀ ਹੈ ਉਹ ਬਣੀ ਹੋਈ ਆ, ਔਰ ਇੱਥੇ ਜਿਹੜੀ ਤਿਕੋਨੀ ਟੱਕਰ ਹੈ ਉਹ ਇਸ ਵੇਲੇ ਬਣ ਗਈ ਹੈ ਜੀ, ਜਿੱਥੇ ਚੌਥੀ ਵਾਰੀ ਜਿੱਤਣ ਦੇ ਵਾਸਤੇ ਪਰ ਤੋੜ ਰਹੇ ਨੇ ਬੀਬੀ ਪਰਨੀਤ ਕੌਰ ਹੋਰੀ। ਉਹਦੇ ਨਾਲ ਜਿਹੜੇ ਅਕਾਲੀ ਦਲ ਹੈ, ਅਕਾਲੀ ਦਲ ਦੇ ਵੱਲੋਂ ਦੀਪਿੰਦਰ ਸਿੰਘ ਢਿੱਲੋਂ ਹੋਰਾਂ ਨੂੰ ਲਿਆਂਦਾ ਗਿਆ, ਜਿਹੜੇ ਪਰਨੀਤ ਕੌਰ ਹੋਰਾਂ ਦੇ ਸੱਜਾ ਹੱਥ ਹੁੰਦੇ ਸਨ ਕਿਸੇ ਟਾਈਮ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ
ਟਿਕਟ ਨਹੀਂ ਸੀ ਮਿਲੀ, ਇਸ ਕਰਕੇ ਉਹ ਇੱਥੋਂ ਉਹ ਚਲੇ ਗਏ ਜੀ ਅਕਾਲੀ ਦਲ ਦੇ ਵਿੱਚ। ਜਿਹੜਾ ਪਟਿਆਲੇ ਦੀ ਸੀਟ ਦੇ 16 ਲੱਖ ਦੇ ਕਰੀਬ ਵੋਟਰ ਨੇ ਜੀ, ਔਰ ਇਹ ਸ਼ਾਹੀ ਸ਼ਹਿਰ ਵਜੋਂ ਜਿਹੜਾ ਜੀ ਜਾਣਿਆ ਜਾਂਦਾ। ਪਰ ਇਸ ਵੇਲੇ ਪਾਰਕਾਂ ਦੇ ਵਿੱਚ ਗੋਡੇ ਗੋਡੇ ਪਿਆ ਗੰਦ, ਸੀਵਰੇਜ ਦੀ ਲੀਕਿੰਗ, ਪੀਣ ਵਾਲੇ ਪਾਣੀ ਦੀ ਘਾਟ, ਨਜਾਇਜ਼ ਕਬਜ਼ੇ, ਅਵਾਰਾ ਪਸ਼ੂਆਂ ਦੇ ਝੁੱਡਾਂ ਦੇ ਝੁੱਡ ਫਿਰਦੇ ਨੇ, ਟ੍ਰੈਫਿਕ ਦੀ ਸਮੱਸਿਆ ਜਿਹੜੀ ਉਹਦਾ ਰੋਜ਼ ਸਾਹਮਣਾ ਇੱਥੋਂ ਦੇ ਰਹਿਣ ਵਾਲਿਆਂ ਨੂੰ ਕਰਨਾ ਪੈ ਰਿਹਾ ਜੀ। ਪਿੰਡਾਂ ਦੀ ਹਾਲਤ ਜਿਹੜੀ ਆ ਤਰਸਯੋਗ ਆ ਜੀ, ਸਕੂਲ ਨਹੀਂ ਹੈਗੇ, ਡਿਸਪੈਂਸਰੀਆਂ ਬੰਦ ਪਈਆਂ ਨੇ, ਰੇਲਵੇ ਸਟੇਸ਼ਨ ਜਿਹੜਾ ਜੀ ਉਹ ਅੰਗਰੇਜ਼ੀ ਹਕੂਮਤ ਦੇ ਟਾਈਮ ਦਾ ਫੋਕਲ ਪੁਆਇੰਟ, ਅਨਾਜ ਮੰਡੀਆਂ, ਸਬਜ਼ੀ ਮੰਡੀਆਂ, ਸਾਰੇ ਜਿਹੜਾ ਵਰਗ ਆ ਜੀ ਉਹ ਔਖਾ। ਜਿੱਥੇ ਬਹੁਤੇ ਪਟਿਆਲਵੀ ਇਹ ਗੱਲ ਕਹਿੰਦੇ ਨੇ ਕਿ ਜਿਹੜੇ ਅਕਾਲੀ ਨੇ ਉਹਨਾਂ ਨੇ ਟਾਰਗੇਟ ਕੀਤਾ ਕਿਉਂਕਿ ਕਪਤਾਨ ਦਾ ਸ਼ਹਿਰ ਸੀਗਾ। ਦੂਜੇ ਪਾਸੇ ਉਹ ਗਿਲਾ ਇਸ ਤਰ੍ਹਾਂ ਵੀ ਕਰਦੇ ਨੇ ਕਿ ਜੇ ਕਪਤਾਨ ਦਾ ਸ਼ਹਿਰ ਹੋਣ ਕਰਕੇ ਅਕਾਲੀਆਂ ਨੇ ਟਾਰਗੇਟ ਕੀਤਾ ਤੇ ਪ੍ਰਨੀਤ ਕੌਰ ਉਹਨਾਂ ਨੇ ਫਿਰ ਕੀ ਕੀਤਾ। 15 ਸਾਲ ਤੋਂ ਉਹ ਮੈਂਬਰ ਪਾਰਲੀਮੈਂਟ ਜਿਹੜੇ ਚੱਲੇ ਆ ਰਹੇ ਨੇ, 3 ਟਰਮਾਂ ਉਹਨਾਂ ਨੇ ਪੂਰੀਆਂ ਕਰ ਲਈਆਂ ਨੇ, ਉਹ ਇੱਥੇ ਕੀ ਲੈ ਕੇ ਆਏ ਪਟਿਆਲੇ ਦੇ ਵਾਸਤੇ। ਇੱਕ ਰੇਲ ਲਿੰਕ ਜਿਹੜਾ ਸੀ ਉਹ ਚੰਡੀਗੜ੍ਹ ਦੇ ਨਾਲ ਨਹੀਂ ਇਹਨੂੰ ਜੁੜਵਾ ਸਕੇ, ਨਾ ਇੱਥੇ ਕੋਈ ਇੰਡਸਟਰੀ ਜਿਹੜੀ ਆ ਉਹ ਲਿਆ ਸਕੇ ਜਿਹੜੀ ਕਿ ਲੋਕਾਂ ਨੂੰ ਰੁਜ਼ਗਾਰ ਜਿਹੜਾ ਦਿੰਦੀ। ਸੋ ਪ੍ਰਨੀਤ ਕੌਰ ਹੋਰਾਂ ਦੇ ਹੱਕ ਦੇ ਵਿੱਚ ਵੀ ਬਹੁਤਾ ਕੁਝ ਜਾਪਦਾ ਨਹੀਂ। ਦੂਜਾ, ਕਾਂਗਰਸ ਨੂੰ ਅੰਦਰੂਨੀ ਧੜੇਬੰਦੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ। ਇਹ ਕਿਹਾ ਜਾ ਰਿਹਾ ਹੈ ਕਿ ਇਸ ਵੇਲੇ ਜਿਹੜੇ ਕਾਂਗਰਸੀ ਕੌਂਸਲਰ ਨੇ ਪਟਿਆਲੇ ਦੇ, ਉਹ ਤੇ ਇੱਕ ਸਾਬਕਾ ਮੇਅਰ ਜਿਹੜਾ ਜੀ ਉਹਦੇ ਉੱਤੇ ਦੌਰੇ ਪਾਏ ਜਾ ਰਹੇ ਨੇ ਅਕਾਲੀ ਦਲ ਦੇ ਵੱਲੋਂ। ਉਹ ਸਾਰਿਆਂ ਨੂੰ ਤੋੜ ਕੇ ਅਕਾਲੀ ਦਲ ਦੇ ਵਿੱਚ ਅਗਲੇ ਕੁਝ ਦਿਨਾਂ ਦੇ ਵਿੱਚ ਲਿਜਾ ਸਕਦੇ ਨੇ। ਅਜਿਹੀਆਂ ਕਨਸੂਆਂ ਆ ਰਹੀਆਂ ਨੇ, ਪਰ ਅਕਾਲੀ ਦਲ ਦੇ ਵਿੱਚ ਵੀ ਬਹੁਤਾ ਕੁਝ ਚੰਗਾ ਨਹੀਂ ਹੈ। ਅਕਾਲੀ ਦਲ ਦੇ ਸ਼ਹਿਰ ਅੰਦਰਲੀ ਜਿਹੜੀ ਵੋਟ ਹੈ ਜੀ ਉਹ ਪਾਟੇ ਪਹਾੜ ਹੈ ਲੀਡਰਾਂ ਦੀ ਵਜ੍ਹਾ ਕਰਕੇ। ਉਹਦਾ ਰੀਜ਼ਨ ਜਿਹੜਾ ਇਹ ਹੈ ਕਿ ਜਸਪਾਲ ਸਿੰਘ ਪ੍ਰਧਾਨ ਜਿਹੜਾ ਮੇਅਰ ਬਣਾਇਆ ਸੀ ਉਹਦੇ ਉੱਤੇ ਦੋਸ਼ ਲੱਗ ਗਏ, ਉਹਨੂੰ ਸਾਈਡ ਤੇ ਕਰ ਦਿੱਤਾ ਗਿਆ। ਉਹਦੀ ਜਗ੍ਹਾ ਦੇ ਉੱਤੇ ਦੂਜਾ ਮੇਅਰ ਜਿਹੜਾ ਬਣਾ ਦਿੱਤਾ ਗਿਆ। ਜਿਹੜਾ ਉਦੋਂ ਪਹਿਲੇ ਮੇਅਰ ਕੋਹਲੀ ਸਾਹਿਬ ਸਨ ਉਹਨਾਂ ਦਾ ਆਪਣਾ ਧੜਾ, ਜਸਪਾਲ ਸਿੰਘ ਪ੍ਰਧਾਨ ਆਪਣਾ ਧੜਾ ਤੇ ਮੌਜੂਦਾ ਮੇਅਰ ਜਿਹੜੇ ਨੇ ਜੀ ਉਹ ਬਜਾਜ ਸਾਹਿਬ ਉਹਨਾਂ ਦਾ ਆਪਣਾ ਧੜਾ। ਇਹ ਧੜੇਬੰਦੀ ਜਿਹਦੀ ਵਜ੍ਹਾ ਕਰਕੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਿਹੜੀ ਇੱਥੇ ਰੈਲੀ ਰੱਖੀ ਗਈ ਸੀ ਉਹਦੇ ਵਿੱਚ ਬਹੁਤੀਆਂ ਸੀਟਾਂ ਜਿਹੜੀਆਂ ਸੀ ਉਹ ਖਾਲੀ ਰਹੀਆਂ। ਤੀਜਾ ਧੜਾ ਹੈ ਜੀ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦੇ ਡਾਕਟਰ ਧਰਮਵੀਰ ਗਾਂਧੀ ਹੋਰੀ ਇੱਕ ਚੰਗੇ ਮਨੁੱਖ ਵਜੋਂ, ਭਲੇ ਮਾਨਸ ਵਿਅਕਤੀ ਵੱਲੋਂ ਆਮ ਲੋਕਾਂ ਦੀ ਮਦਦ ਕਰਨ ਵਾਲੇ ਵਿਅਕਤੀ ਜਿਹੜੇ ਉਹ ਗਿਣੇ ਜਾਂਦੇ ਨੇ, ਉਹ ਆਪਣੇ ਤੌਰ ਦੇ ਉੱਤੇ ਚੋਣ ਮੁਹਿੰਮ ਜਿਹੜੀ ਆ ਉਹ ਚਲਾਈ ਜਾ ਰਹੇ ਨੇ। ਲੋਕ ਉਹਨਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਜੁੜ ਵੀ ਰਹੇ ਨੇ। ਪਰ ਜਿਵੇਂ ਮੈਂ ਤੁਹਾਨੂੰ ਇਸ਼ਾਰਾ ਕੀਤਾ ਸੀ ਅਰਵਿੰਦ ਕੇਜਰੀਵਾਲ ਵਾਲੀ ਖਬਰ ਦੇ ਵਿੱਚ ਕਿ ਅਰਵਿੰਦ ਕੇਜਰੀਵਾਲ ਦਾ ਪਟਿਆਲੇ ਨਾ ਆਉਣਾ ਇਹ ਸੈਟਬੈਕ ਜਿਹੜਾ ਵੀ ਹੋ ਸਕਦਾ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੇ ਵਾਸਤੇ। ਟੱਕਰ ਜਿਹੜੀ ਆ ਜੀ ਉਹ 3 ਕੋਣੀ ਹੈ। ਬਹੁਤੇ ਲੋਕ ਇਹ ਸੋਚਦੇ ਨੇ ਕਿ ਜੇ ਡਾਕਟਰ ਧਰਮਵੀਰ ਗਾਂਧੀ ਹੋਰੀ 1 ਲੱਖ ਵੋਟ ਲੈ ਜਾਂਦੇ ਨੇ, 1 ਲੱਖ ਪਲੱਸ ਲੈ ਜਾਂਦੇ ਨੇ, ਤਾਂ ਪ੍ਰਨੀਤ ਕੌਰ ਹੋਰੀ ਹਾਰ ਸਕਦੇ ਨੇ। ਪਰ ਇਹ ਕਿਹਾ ਜਾ ਰਿਹਾ ਕਿ ਪਿੰਡਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਤਕੜਾ ਆਧਾਰ ਹੈ। ਜਿਹੜੇ ਇਸ ਕੈਲਕੂਲੇਸ਼ਨ ਦੇ ਵਿੱਚ ਪੈਂਦੇ ਨੇ ਉਹ ਸ਼ਾਇਦ ਕਿਤੇ ਨਾ ਕਿਤੇ ਗਲਤ ਨੇ ਕਿ ਡਾਕਟਰ ਧਰਮਵੀਰ ਗਾਂਧੀ ਜਿਹੜੇ ਨੇ ਸ਼ਾਇਦ ਹਜ਼ਾਰਾਂ ਦੇ ਵਿੱਚ ਵੋਟ ਲਿਜਾਣਗੇ। ਉਹ ਤਕੜਾ ਉਲਟ ਫੇਰ ਕਰਨ ਦੀ ਸਥਿਤੀ ਦੇ ਵਿੱਚ ਹੈਗੇ ਨੇ ਜੀ ਜੇ ਆਮ ਆਦਮੀ ਪਾਰਟੀ ਦੀ ਵੱਡੀ ਲੀਡਰਸ਼ਿਪ ਉਹਨਾਂ ਦੀ ਪਿੱਠ ਤੇ ਆ ਜਾਵੇ ਤੇ ਇੱਥੇ ਪ੍ਰਚਾਰ ਲਈ ਆਵੇ। ਜੀ ਬਿਲਕੁਲ, ਵੋਟਾਂ ਤਾਂ ਉਹ ਲੈ ਕੇ ਜ਼ਰੂਰ ਜਾਣਗੇ, ਜਿੱਤਦੇ ਜਾਂ ਨਹੀਂ ਜਿੱਤਦੇ ਇਹ ਤਾਂ ਬਾਅਦ ਦੀ ਗੱਲ ਆ। ਪਰ ਜਿਹੜੀ ਪਰਸੈਂਟੇਜ ਦੀ ਤੁਸੀਂ ਗੱਲ ਕੀਤੀ ਹੈ ਜ਼ਰੂਰ ਵੋਟਾਂ ਲੈ ਕੇ ਜਾਣਗੇ। ਆਖਰੀ ਜੀ ਆਪਣਾ ਅੱਜ ਦਾ ਅਜ਼ਨਾਮਾ ਜੀ ਕਿ ਆਈ ਖਬਰ ਅਫਰੀਕਾ ਤੋਂ ਚੱਲ ਸਿੱਧੀ, ਪਰਦਾ ਦਿੱਤਾ ਹਕੀਕਤ ਤੋਂ ਚੁੱਕ ਮੀਆਂ। ਆਈ ਖਬਰ ਅਫਰੀਕਾ ਤੋਂ ਚੱਲ ਸਿੱਧੀ, ਪਰਦਾ ਦਿੱਤਾ ਹਕੀਕਤ ਤੋਂ ਚੁੱਕ ਮੀਆਂ। ਉੱਥੇ ਹੋਇਆ ਮੰਡੇਲਾ ਸੀ ਸਫਲ ਜਿੱਦਣ, ਨਸਲਵਾਦ ਗਿਆ ਉਦੋਂ ਸੀ ਮੁੱਕ ਮੀਆਂ। ਮਾਰੇ ਧੀਰੇ ਦੀ ਹਾਲੇ ਨਹੀਂ ਪੀੜ ਮੁੱਕੀ, ਮਿਰਦਾ ਪੂਰਾ ਨਾ ਖਾਣ ਨੂੰ ਟੁੱਕ ਮੀਆਂ। ਘਟਿਆ ਟੌਰ ਨਾ ਅਜੇ ਵੀ ਗੋਰਿਆਂ ਦਾ, ਬਣਿਆ ਉਹਨਾਂ ਦਾ ਪਿਆ ਹੈ ਠੁੱਕ ਮੀਆਂ। ਉੱਥੇ ਉਤਲੀ ਜਮਾਤ ਜੋ ਰਹੀ ਉੱਪਰ, ਰਹਿ ਗਏ ਹੇਠਲੇ ਫੇਰ ਹਨ ਹੇਠ ਮੀਆਂ। ਉੱਥੇ ਉਤਲੀ ਜਮਾਤ ਜੋ ਰਹੀ ਉੱਪਰ, ਰਹਿ ਗਏ ਹੇਠਲੇ ਫੇਰ ਹਨ ਹੇਠ ਮੀਆਂ। ਇਹੋ ਹਾਲ ਹੈ ਹਿੰਦ ਵਿੱਚ ਮਾੜਿਆਂ ਦਾ, ਮਾਣ ਰਹੇ ਲੀਡਰ ਤੇ ਸੀਟ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਹੋਏ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਇਸ ਟਾਈਮ ਤੇ ਪੰਜਾਬ ਦੀਆਂ ਜਿਹੜੀਆਂ ਖਬਰਾਂ ਆ ਉਹ ਸਾਨੂੰ ਦੱਸਦੇ ਨੇ, ਇੰਡੀਆ ਦੀਆਂ ਖਬਰਾਂ ਦੱਸਦੇ ਨੇ ਕਿ ਉੱਥੇ ਇਲੈਕਸ਼ਨ ਦੇ ਵਿੱਚ ਹੋ ਰਿਹਾ ਆ। ਤੇ ਹੁਣ ਜੀ ਤੁਸੀਂ ਮੈਨੂੰ ਵੀ ਦਿਓ ਇਜਾਜ਼ਤ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।